भाई तुसीं मैनूं MLA बनाया, MLA बनाउण दा मतलब है भी असीं पॉलिसी मेकर है। जिहड़ी तुसीं गल कीती है भी मैं लोकां नूं मिलदे मैं अपने आखिरी साह तक मेरी जगराउण लई मेरे पंजाब लई कमिटेड हाँ कि जिहड़ी मैनूं कुर्सी मिली है परमात्मा ने हदों वध अगे होके बांह फड़ के दित्ती है। मैनूं ये लगदा हुंदा बई वो मेरे 4 जणिਆਂ ਦਾ परिवार है ते जगराऊं हुण मेरा बड़े सारे 2 ਲੱਖ जणिਆਂ ਦਾ परिवार हो गया। जिस घर दे विच पुराने पुरातन तरीके नाल पंजाब चल रहा वो सौखा। सत श्री अकाल दोस्तों, हक सच की आवाज़ डीसन पंजाबी के उत्ते तुहाडा स्वागत है। सो मैं तैवर सिंह, अज असी जिवें पहला भी तुहाडे नाल गल करदे हां, जिक्र करदे हां कि जिहड़ा डीसन पंजाबी है साडे हलका जगराऊं ते रायकोट का अपना चैनल है। सो जो डैमोक्रेटिक स्ट्रक्चर हुंदा, लोकतंत्रिक ढांचा हुंदा है, ਉਹਦੇ ਜਿਹੜੇ ਨਿਯਮ ਨੇ ਜਾਂ ਉਹਦੇ ਪ੍ਰਬੰਧ ਨੇ ਉਹ ਇਹ ਨੇ ਕਿ ਅਸੀਂ ਆਪਣੇ ਵੱਲੋਂ ਡਾਇਰੈਕਟ ਡੈਮੋਕ੍ਰੇਸੀ ਦੇ ਦੁਆਰਾ ਆਪਣੇ ਨੁਮਾਇੰਦੇ ਚੁਣ ਕੇ, ਆਪਣੇ ਜਿਹੜੇ ਰਿਪਰੈਜ਼ੈਂਟੇਟਿਵਸ ਨੇ ਉਹਨਾਂ ਨੂੰ ਚੁਣ ਕੇ ਅਸੈਂਬਲੀ 'ਚ ਭੇਜਦੇ ਹਾਂ ਤਾਂ ਕਿ ਜਿਹੜੇ ਆਮ ਲੋਕ ਨੇ, ਇੱਕ ਕਾਮਨ ਮੌਬਸ ਨੇ, ਉਹਨਾਂ ਦੀ ਆਵਾਜ਼ ਅਥਾਰਟੀ ਤੱਕ ਪਹੁੰਚੇ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਜਾ ਸਕੇ। ਸੋ ਇਸ ਟਾਈਮ ਅਸੀਂ ਸਾਡੇ ਹਲਕਾ ਜਗਰਾਉਂ ਦੇ ਅਤੀ ਸਤਿਕਾਰਯੋਗ MLA ਮੈਡਮ ਸਰਬਜੀਤ ਕੌਰ ਮਾਣੂਕਿਆਂ ਕੋਲੇ ਬੈਠੇ ਹਾਂ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਮੌਜੂਦਾ ਜੋ ਪੰਜਾਬ ਸਰਕਾਰ ਹੈ ਉਹਦੇ ਜਿਹੜੇ ਐਕਸ਼ਨਸ ਨੇ, ਜਿਹੜੇ ਉਹਨਾਂ ਦੇ ਏਜੰਡਾਸ ਨੇ, ਆਪਾਂ ਉਹਨਾਂ ਨੂੰ ਨੋਟੀਫਾਈ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਸਭ ਤੋਂ ਪਹਿਲਾਂ ਮੈਡਮ ਤੁਹਾਡਾ ਸਾਡੇ ਚੈਨਲ ਡੀਸਨ ਪੰਜਾਬੀ ਦੇ ਉੱਤੇ ਸਵਾਗਤ ਹੈ ਜੀ। ਮਿਸਟਰ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਜੀ। ਹਾਂਜੀ ਮੈਡਮ, ਪਹਿਲਾਂ ਅਸੀਂ ਕਾਫੀ ਟਾਈਮ ਤੋਂ ਤੁਹਾਡੇ ਕੋਲ ਇੱਥੇ ਬੈਠੇ ਹਾਂ ਕਿਉਂਕਿ ਦੇਖਿਆ ਜਾਵੇ ਤਾਂ 1947 ਤੋਂ ਆਜ਼ਾਦੀ ਤੋਂ ਬਾਅਦ ਪੰਜਾਬੀ ਸੂਬਾ ਮੋਰਚਾ ਬਣਿਆ 1966 ਤੋਂ ਬਾਅਦ, ਅਤੇ ਸ਼ਾਇਦ ਕਿਉਂਕਿ ਮੇਰੀ ਜਿਹੜੀ ਏਜ ਆ ਉਸ ਏਜ ਦੇ ਵਿੱਚ ਮੈਂ ਇੱਦਾਂ ਦਾ ਨਹੀਂ ਦੇਖਿਆ ਕਿ MLAs ਕੋਲ ਇੰਨਾ ਇਕੱਠ ਹੁੰਦਾ ਹੋਵੇ ਅਤੇ ਉਹ ਜਿਹੜਾ ਉਹਨਾਂ ਦੇ ਕੰਮਾਂ ਦੇ ਜਿਹੜੇ ਰਿਜ਼ਲਟਸ ਨੇ ਉਹ ਬੜੇ ਪੋਜ਼ੀਟਿਵ ਨਿਕਲਦੇ ਹੋਣ। ਇਹ ਕਿੱਦਾਂ ਵਾ? ਅਸੀਂ ਇਹ ਆਮ ਲੋਕਾਂ ਦੀ ਸਰਕਾਰ ਆ ਅਤੇ ਆਮ ਲੋਕਾਂ ਦੀ ਮੈਂ ਨੁਮਾਇੰਦਾ। देखो पंजाब सरकार दे जदों सानू लोगों ने पंजाब सरकार दे विच आम आदमी पार्टी नूं बिठाया उदों लोगों की आस सी कि ये लोग सानू अफसरशाही के कामों तो निजात देणगे। पहला की हुंदा सी, बड़े सारे उन्होंने ऐसे लोग सी, ऑफिसर MLAs हुंदे सी जिहड़े अपने लोगों नूं दरवाजा ही नहीं सी खोलते। पर तुसीं मेरे कोल सवेर दे बैठे हैं, ये तुसीं बैठे हो ये नहीं जदों मैं इत्थे होवां, मतलब कई बारी सानू अपने कामां 'च अपनी मीटिंग 'च किते जाना भी पैंदा, पर जिस दिन मैं इत्थे मैं अपनी पूरा टाइम ऑफिस नूं दिंदी हां। उहदे 'च ऑफिसर साहबानां नूं जिहड़ी कोई समस्या का हल आ, ऑफिसर साहबान अपने दफ्तरां 'च बैठते हैं। हफ्ते 'च 1 दिन ਜਾਂ 2 दिन ਅਸੀਂ ਪਿੰਡਾਂ ਦੇ ਵਿੱਚ ਚਲੇ ਜਾਂਦੇ ਹਾਂ। ਉੱਥੇ ਮੇਰੇ ਨਾਲ FCI ਵਾਲੇ ਵੀ ਜਾਂਦੇ ਆ, ਸ਼ਗਨ ਸਕੀਮ ਵਾਲੇ ਆਫਿਸਰਸ ਵੀ ਜਾਂਦੇ ਆ, ਵੈਲਫੇਅਰ ਵਾਲੇ, ਉੱਥੇ ਮੇਰੇ ਨਾਲ ਪੈਨਸ਼ਨ ਵਾਲੇ ਵੀ ਜਾਂਦੇ ਆ, ਉੱਥੇ ਮੇਰੇ ਨਾਲ ਗਲੀਆਂ ਨਾਲੀਆਂ ਦੇ ਵੀਡੀਓ ਵੀ ਜਾਂਦੇ ਆ, ਸ਼ਹਿਰ ਦੇ ਵਿੱਚ ਹੀ ਉਹ ਵੀ ਜਾਂਦੇ ਆ। ਹਫ਼ਤੇ 'ਚ 2 दिन ਅਸੀਂ ਪਿੰਡ ਦੀ ਸੱਤ 'ਚ ਜਾ ਕੇ ਬੈਠ ਜਾਂਦੇ ਹਾਂ ਕਿਉਂਕਿ ਮੈਂ ਮਹਿਸੂਸ ਕਰਦੀ ਹਾਂ ਬੜੇ ਸਾਰੇ ਲੋਕ ਐਸੇ ਆ। ਮੇਰੇ ਕੋਲੇ ਤਾਂ ਤੁਸੀਂ ਦੇਖਿਆ ਹੋਣਾ 100 ਬੰਦਾ ਆਇਆ, 200 ਆਇਆ, 300 ਆਇਆ, ਪਰ ਮੇਰੀ ਸਾਡੀ 1.5-2 ਲੱਖ ਦੀ ਆਬਾਦੀ ਹੁੰਦੀ ਆ। ਉਹਦੇ ਵਿੱਚ ਬੜੇ ਸਾਰੇ ਬਜ਼ੁਰਗ ਐਸੇ ਹੁੰਦੇ ਆ ਜਿਹੜੇ ਵਿਚਾਰੇ ਕਦੇ ਆਪਣੇ ਵਾਰਡ ਤੋਂ ਬਾਹਰ ਨਹੀਂ ਗਏ ਹੁੰਦੇ। ਉਹਨਾਂ ਨੂੰ ਕੋਈ ਦੁੱਖ ਹੁੰਦਾ, ਉਹਨਾਂ ਨੂੰ ਕੋਈ ਤਕਲੀਫ ਹੁੰਦੀ ਹੈ। ਮੈਂ ਉਹਨਾਂ ਦਾ ਦਰਦ ਮਹਿਸੂਸ ਕਰਕੇ ਅਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦਿਸ਼ਾ ਨਿਰਦੇਸ਼ ਦੇ ਹਿਸਾਬ ਨਾਲ ਵੀ ਸਾਡੇ ਅਫਸਰ ਸੱਥਾਂ 'ਚ ਜਾਣਗੇ, ਅਸੀਂ ਹਫ਼ਤੇ 'ਚ 2 दिन ਜਾ ਕੇ ਸੱਥਾਂ 'ਚ ਬੈਠ ਜਾਂਦੇ ਹਾਂ। ਜਿਹਦਾ ਸਾਨੂੰ ਮੈਂ ਇੱਕ ਗੱਲ ਕਹਿੰਦੀ ਹੁੰਦੀ ਹਾਂ ਜਾ ਕੇ ਵੀ ਭਾਈ ਤੁਸੀਂ ਮੈਨੂੰ MLA ਬਣਾਇਆ, MLA ਬਣਾਉਣ ਦਾ ਮਤਲਬ ਹੈ ਵੀ ਅਸੀਂ ਪੋਲਿਸੀ ਮੇਕਰ ਹੈ। ਅਸੀਂ ਪੋਲਿਸੀਜ਼ ਬਣਾਉਣੀਆਂ ਗਰਾਊਂਡ ਤੋਂ ਦੇਖ ਕੇ। ਇਹ ਆਫਿਸਰਸ BDO EO SDM ਸਾਹਿਬ ਜਾਂ SSP ਜਾਂ SHO ਜਿਹੜੇ ਪੁਲਿਸ ਲਾਈਨ ਹੋਵੇ ਕੋਈ ਵੀ, ਇਹਨਾਂ ਨੇ ਤੁਹਾਡੇ ਕੰਮ ਕਰਨੇ ਆ। ਤੁਸੀਂ ਇਹਨਾਂ ਨੂੰ ਕੰਮ ਦੱਸੋ, ਮੈਂ ਅਗਲੇ ਹਫ਼ਤੇ ਤੱਕ ਇਹਨਾਂ ਤੋਂ ਰਿਪੋਰਟ ਲਵਾਂਗੀ। ਜਿਸ ਤਰ੍ਹਾਂ ਕਿਸੇ ਪਿੰਡ ਦੇ ਵਿੱਚ ਕੋਈ ਗਰਾਊਂਡ 'ਤੇ ਜੀ ਇਹ ਸੜਕ ਬਣੀ ਹੋਈ ਨਹੀਂ ਕਦੇ, ਜਾਂ ਇੱਥੇ ਸੀਵਰੇਜ ਦੀ ਸਮੱਸਿਆ, ਜਾਂ ਫਸਲ ਦੀ ਕੋਈ ਪ੍ਰੋਬਲਮ ਆ, ਜਾਂ ਕਿਸੇ ਤਰ੍ਹਾਂ ਵੀ ਕੋਈ ਸਮੱਸਿਆ, ਜਦੋਂ ਪਿੰਡ ਦੇ ਲੋਕ ਸੱਥ 'ਚ ਬੈਠ ਕੇ ਡਿਸਕਸ ਕਰਦੇ ਆ
ਜਾਂ ਉਹ ਕਹਿੰਦੇ ਜੀ ਸਾਡਾ ਘਰ ਬਣਾ ਦਿਓ, ਤੇ ਘਰਾਂ ਦਾ ਉੱਥੇ ਰਿਵਿਊ ਹੋ ਜਾਂਦਾ, ਸਰਵੇ ਹੋ ਜਾਂਦਾ। ਜਾਂ ਕਿਸੇ ਦੇ ਕੋਈ ਸ਼ਗਨ ਸਕੀਮ, ਬੱਚੀ ਦਾ ਵਿਆਹ ਹੋ ਗਿਆ, ਨਹੀਂ ਆਈ, ਉੱਥੇ ਅਫਸਰ ਬੈਠੇ ਹੁੰਦੇ, ਉਹਨਾਂ ਨਾਲ ਹੱਲ ਨਿਕਲ ਜਾਂਦਾ, ਜਿਹਨੂੰ ਲੋਕ ਬੜੀ ਪੋਜ਼ਿਟਿਵਲੀ ਲੈ ਰਹੇ ਆ। ਜਿਹੜੇ ਤੁਸੀਂ ਗੱਲ ਕੀਤੀ ਹੈ ਵੀ ਮੈਂ ਲੋਕਾਂ ਨੂੰ ਮਿਲਦੇ ਹਾਂ, ਮੈਂ ਆਪਣੇ ਆਖਰੀ ਸਾਹ ਤੱਕ ਮੇਰੀ ਜਗਰਾਉਣ ਲਈ, ਮੇਰੇ ਪੰਜਾਬ ਲਈ ਕਮਿਟਡ ਆ ਕਿ ਜਿਹੜੀ ਮੈਨੂੰ ਕੁਰਸੀ ਮਿਲੀ ਆ, ਪ੍ਰਮਾਤਮਾ ਨੇ ਹੱਦੋਂ ਵੱਧ ਅੱਗੇ ਹੋ ਕੇ ਬਾਂਹ ਫੜ ਕੇ ਦਿੱਤੀ ਆ। ਮੇਰੇ ਸੱਚੇ ਪਾਤਸ਼ਾਹ ਨੇ ਮੈਨੂੰ ਮਿਹਰ ਕੀਤੀ ਤਾਂ ਦਿੱਤੀ, ਤੇ ਜਦੋਂ ਤੱਕ ਹੁਣ ਆਖਰੀ ਸਾਹਿਬ ਇਹਨਾਂ ਲੋਕਾਂ ਨਾਲ ਕੰਮ ਕਰਦੀ ਰਹਾਂਗੀ। ਜਿਵੇਂ ਕਿ ਆਮ ਤੌਰ ਤੇ ਮੈਂ ਤੁਹਾਨੂੰ ਪਰਸਨਲੀ ਕੁਐਸਚਨ ਵੀ ਪੁੱਛਾਂਗਾ, ਕਿਉਂਕਿ ਇਟ ਇਜ਼ ਆਲਸੋ ਪਾਰਟ ਆਫ ਦਾ ਇੰਟਰਵਿਊ, ਕਿਉਂਕਿ ਸਾਡੇ ਸਮਾਜ ਦੇ ਲਈ ਬੜਾ ਅਹਿਮ ਆ। ਜਿਵੇਂ ਕਿ ਹੁੰਦਾ ਵੀ ਘਰ ਦੇ ਵਿੱਚ ਕੋਈ ਲੇਡੀ, ਕੋਈ ਸਾਡੀ ਸਿਸਟਰ ਜਾਂ ਮਦਰ ਕੋਈ ਕੰਮ ਕਰਦੀ ਆ, ਉਹ ਵਿਚਾਰੀ ਬਹੁਤ ਜਲਦੀ ਐਰੀਟੇਟ ਹੋ ਜਾਂਦੀ ਆ, ਤੇ ਤੁਸੀਂ ਇੱਕ ਬੀਇੰਗ ਆ ਲੇਡੀ ਐਂਡ ਆਲਸੋ ਬੀਇੰਗ ਆ MLA, ਤੁਸੀਂ ਇੱਕ ਲੇਡੀ ਹੋ, ਤੇ ਜਿਵੇਂ ਕਿ ਇੱਕ ਲੇਡੀ ਦੀ ਘਰ ਦੀ ਜ਼ਿੰਮੇਵਾਰੀ ਵੀ ਆ, ਕਿਉਂਕਿ ਆ ਲੇਡੀ ਆਲਸੋ ਬੈਕਬੋਨ ਆਫ ਆ ਫੈਮਿਲੀ, ਤੇ ਉਵੇਂ ਹੀ ਸਮਾਜ ਦੀ ਰੀੜ੍ਹ ਦੀ ਹੱਡੀ ਵੀ ਹੈਗੀ ਆ। ਤਾਂ ਤੁਸੀਂ ਹਾਊ ਟੂ ਮੈਨੇਜ ਦਿਸ ਆਲ ਰਿਸਪੌਂਸਿਬਿਲਿਟੀਜ਼? ਦੇਖੋ ਜੀ, ਇਹ ਮੇਰੇ ਸੱਚੇ ਪਾਤਸ਼ਾਹ ਦੀ ਮਿਹਰ ਹੈ ਮੇਰੇ ਤੇ। ਜੇ ਮੈਂ ਕਹਾਂ, ਮੇਰੇ 2 ਬੱਚੇ ਆ, ਬੇਟਾ ਮੇਰਾ ਅੱਜ ਕੱਲ੍ਹ ਲਾਅ ਕਰ ਰਿਹਾ, ਤੇ ਬੇਟੀ ਮੇਰੀ +2 'ਚ ਆ। ਮੈਨੂੰ ਲੱਗਦਾ ਵੀ ਮੇਰੇ ਬੱਚਿਆਂ ਨੇ ਮੈਨੂੰ ਹਮੇਸ਼ਾ ਸਾਥ ਦਿੱਤਾ। ਮੇਰੇ ਹਸਬੈਂਡ ਪ੍ਰੋਫੈਸਰ ਸੁਖਵਿੰਦਰ ਸਿੰਘ ਜੀ, ਉਹ ਮੈਨੂੰ ਪ੍ਰੋਪਰ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਆ। ਜਿਹੜੀ ਗੱਲ ਤੁਸੀਂ ਕਹੀ ਹੈ ਵੀ ਪਰਿਵਾਰ, ਸਮਾਜ ਤੇ ਇਹ ਸੋਸ਼ਲ ਐਕਟੀਵਿਟੀਜ਼, ਪੋਲੀਟੀਕਲ ਐਕਟੀਵਿਟੀਜ਼, ਜਿਹੜੀ ਲੇਡੀ ਦੇ ਘਰ ਦੇ ਵਿੱਚ ਸ਼ਾਂਤੀ ਹੈ, ਘਰ ਪੂਰਾ ਪਰਿਵਾਰ ਉਹਦੇ ਨਾਲ ਸਾਰਾ ਮੋਢੇ ਨਾਲ ਮੋਢਾ ਜੋੜ ਕੇ ਚੱਲਦਾ, ਘਰ ਤੋਂ ਬੇਖੌਫ ਬੇਖਬਰ ਹੋ ਕੇ ਨਿਕਲੀ ਆ ਉਹ ਘਰ ਤੋਂ, ਵੀ ਚਲੋ ਮੇਰਾ ਸਾਰਾ ਸਿਸਟਮ ਸੈੱਟ ਆ। ਤੇ ਮੈਨੂੰ ਇਹ ਲੱਗਦਾ ਹੁੰਦਾ ਬਈ ਉਹ ਮੇਰੇ 4 ਜਣਿਆਂ ਦਾ ਪਰਿਵਾਰ ਹੈ, ਤੇ ਜਗਰਾਉਂ ਹੁਣ ਮੇਰਾ ਬੜੇ ਸਾਰੇ 2 ਲੱਖ ਜਣਿਆਂ ਦਾ ਪਰਿਵਾਰ ਹੋ ਗਿਆ। ਮੈਨੇਜ ਤਾਂ ਉਸੇ ਤਰੀਕੇ ਨਾਲ ਹੀ ਕਰਨਾ ਪੈਣਾ। ਜਿਵੇਂ ਤੁਸੀਂ ਸ਼ਾਂਤੀ ਦੀ ਗੱਲ ਕੀਤੀ ਆ, ਕਿਉਂਕਿ ਖਾਸ ਕਰਕੇ ਜਿਵੇਂ ਸਾਡੇ ਕਈ ਵਾਰੀ ਆਪਣੇ ਜਿਹੜੇ ਜੈਂਟਸ ਵੀਰ ਹੁੰਦੇ ਆ ਵੀ ਉਹ ਲੇਡੀਜ਼ ਤੋਂ ਕਾਫੀ ਹੋ ਜਾਂਦੇ ਨੇ, ਤੁਹਾਨੂੰ ਪਤਾ ਹੀ ਆ ਯੂ ਨੋ ਐਵਰੀਥਿੰਗ ਕਿੱਦਾਂ ਸਾਡੇ ਫੈਮਿਲੀ ਚੱਲਦਾ। ਜਿਹੜਾ ਤੁਸੀਂ ਸ਼ਾਂਤੀ ਵਾਲਾ ਗੁਰਮੰਤਰ ਆਪਣੇ ਘਰ 'ਚ ਅਪਲਾਈ ਕੀਤਾ ਵਾ, ਇਹ ਸਾਨੂੰ ਵੀ ਤੁਸੀਂ ਚੈਨਲ ਰਾਹੀਂ ਦੱਸ ਦਿਓ ਵੀ ਇਹ ਜਿਹੜੇ ਸਾਡੇ ਜੈਂਟਸ ਵੀਰ ਨੇ ਆਪਣੇ ਘਰ 'ਚ ਸ਼ਾਂਤੀ ਨੂੰ ਮੇਨਟੇਨ ਕਰਨ ਦੇ ਵਿੱਚ ਹੈਲਪਫੁਲ ਲੈ ਸਕਣੇ ਤਾਂ ਕੋਈ ਨਾ ਕੋਈ ਸਹਾਇਤਾ। ਨਹੀਂ, ਸਾਰੇ ਹੀ ਬਹੁਤ ਵਧੀਆ ਹੁੰਦੇ ਆ। ਬਾਕੀ ਜਿਹੜੇ ਘਰ 'ਚ ਮਾੜੇ ਮੋਟੇ ਭਾਂਡੇ ਵਧੀਆ ਹੋਣਗੇ ਉਹ ਖੜਕਣਗੇ ਜ਼ਰੂਰ। ਇਹ ਭਾਂਡੇ ਖੜਕਣਾ ਸਾਡੇ ਪੰਜਾਬ ਦੀ ਇੱਕ ਰਵਾਇਤ ਆ ਤੇ ਕਵਾਇਦ ਆ, ਪਰ ਇਹਦਾ ਮਤਲਬ ਇਹ ਨਹੀਂ ਵੀ ਅੰਦਰ ਕੋਈ ਫਰਸਟ੍ਰੇਸ਼ਨ ਚੱਲਦੀ ਹੈ। ਜਿਹੜੀ ਗੱਲ ਤੁਸੀਂ ਕਰਦੇ ਆ, ਜਿਸ ਘਰ ਦੇ ਵਿੱਚ ਪੁਰਾਣੇ ਪੁਰਾਤਨ ਤਰੀਕੇ ਨਾਲ ਪੰਜਾਬ ਚੱਲ ਰਿਹਾ, ਉਹ ਸੌਖਾ। ਜਿੱਥੇ ਸਵੇਰੇ ਉੱਠ ਕੇ ਬਜ਼ੁਰਗ ਨਹਾ ਧੋ ਕੇ ਬੱਚਿਆਂ ਨੂੰ ਗੁਰਦੁਆਰੇ ਲੈ ਕੇ ਜਾਂਦੇ ਆ, ਮੰਦਿਰ ਲੈ ਕੇ ਜਾਂਦੇ ਆ, ਪਾਠ ਪੂਜਾ ਵੱਲ ਤੁਰਦੇ ਆ, ਫਿਰ ਸਕੂਲ ਦੇ ਵਿੱਚ ਜਾਂਦੇ ਆ, ਉਹ ਪਰਿਵਾਰ ਸੌਖੇ ਆ। ਜਿਹੜੇ ਪਰਿਵਾਰਾਂ ਨੇ ਆਪਣੇ ਆਪ ਨੂੰ ਬਹੁਤੇ ਮਾਡਰਨਾਈਜ਼ ਕਰਤਾ, ਕਲਚਰ ਦੇ ਵਿੱਚ ਡਿਵੈਲਪ ਕਰ ਲਿਆ, ਉਹਨਾਂ ਦੀ ਕਿਤੇ ਨਾ ਕਿਤੇ ਫਰਸਟ੍ਰੇਸ਼ਨ ਜ਼ਿਆਦਾ। ਬਾਕੀ ਤਾਂ ਇਹ ਤਾਂ ਜਿਹੜੇ ਸਾਡੇ ਬਜ਼ੁਰਗਾਂ ਤੋਂ ਸਾਨੂੰ ਮਿਲਿਆ, ਅਸੀਂ ਬੱਚਿਆਂ ਨੂੰ ਦੇ ਦੇਣਾ। ਜੇ ਆਪਾਂ ਜ਼ਿਆਦਾ ਉਹਦੇ 'ਚ ਜਿਹੜਾ ਗੁਰਮੰਤਰ ਇੱਕੋ ਹੀ ਆ ਪਰਿਵਾਰ ਨੂੰ ਇਕੱਠੇ ਰਹਿਣ ਦਾ, ਇੱਕ ਦੂਜੇ ਨੂੰ ਐਡਜਸਟ ਕਰਨਾ ਤੇ ਇੱਕ ਦੂਜੇ ਨੂੰ ਸਮਝਣਾ, ਜਿਹੜਾ ਮੇਰਾ ਪੰਜਾਬ ਦੇ ਲੋਕ ਤਾਂ ਬਾਖੂਬੀ ਸਮਝਦੇ ਆ। ਇਹ ਬਹੁਤ ਵਧੀਆ ਕਈ ਲੋਕ ਕਰਦੇ ਆ, ਪਰ ਜਦੋਂ ਪ੍ਰਮਾਤਮਾ ਦੀ ਮਿਹਰ ਹੋਵੇ ਤੇ ਸਾਰੇ ਕੰਮ ਹੋ ਜਾਂਦੇ ਆ। ਜਿਵੇਂ ਮੈਡਮ ਆਪਣੇ ਤੁਹਾਨੂੰ ਪਤਾ ਹੀ ਆ ਵੀ ਪਿਛਲੇ ਕੁਝ ਕੁ ਦਹਾਕਿਆਂ ਤੋਂ ਆਪਾਂ ਹੁਣੇ ਸੁਣ ਵੀ ਰਹੇ ਸੀ ਵੀ ਜਿਹੜਾ ਸਾਡਾ ਪੰਜਾਬ ਆ, ਪੰਜਾਬ ਦੇ ਵਿੱਚ 6ਵਾਂ ਦਰਿਆ ਨਸ਼ਿਆਂ ਦਾ ਚੱਲ ਪਿਆ। ਪਹਿਲਾਂ ਜਿਹੜੇ ਸੀਗੇ ਵੀ ਜਿਵੇਂ ਕਿ ਸਾਡੇ ਜਿਹੜੇ ਪੈਦਾ ਹੁੰਦੇ ਸੀ ਉਹ ਹੋਏ, ਫਿਰ ਉਸ ਤੋਂ ਬਾਅਦ ਜਿਹੜੇ ਸਿੰਥੈਟਿਕ ਨਸ਼ਾ ਉਹ ਪੈਦਾ ਹੋਇਆ। ਸੋ ਅਸੀਂ, ਕਿਉਂਕਿ ਤੁਸੀਂ ਵੀ ਇੱਕ ਪਾਰਟ ਆਫ ਦਾ ਗਵਰਨਮੈਂਟ ਹੋ, ਤਾਂ ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਮਾਨ ਸਰਕਾਰ ਜਿਹੜੀ ਹੈਗੀ ਆਮ ਆਦਮੀ ਪਾਰਟੀ ਦੀ, ਪੰਜਾਬ ਸਰਕਾਰ, ਕੋਈ ਐਂਟੀ ਡਰੱਗ ਪਾਲਿਸੀ ਲੈ ਕੇ ਆ ਰਹੀ ਹੈ ਪੰਜਾਬ ਦੇ ਵਿੱਚ? ਦੇਖੋ ਜੀ, ਜਦੋਂ ਪਹਿਲਾਂ ਵੀ DGP ਦੇਖੇ ਆ ਤੁਸੀਂ, ਜਦੋਂ ਦੇ ਗੌਰਵ ਜਾਦਵ ਜੀ DGP ਆਏ ਆ, ਹੀ ਇਜ਼ ਇਨ ਵੈਰੀ ਐਕਸ਼ਨ ਮੂਡ। ਭਾਵੇਂ ਉਹ ਵੱਡੀਆਂ ਵੱਡੀਆਂ ਖੇਪਸ ਪੜਨੀਆਂ ਹੋਣ, ਜਾਂ ਉਹ ਖੁਦ ਗਰਾਊਂਡ 'ਤੇ ਜਾ ਕੇ ਆਪਣੇ ਆਫਿਸਰਸ ਨਾਲ ਚੈਕਿੰਗ ਕਰਨੀ ਹੋਵੇ। ਮਾਨ ਸਰਕਾਰ ਇਸ ਮਾਮਲੇ 'ਚ ਤਾਂ ਵਚਨਬੱਧ ਹੈ। ਇਸ ਕਰਕੇ ਨਹੀਂ ਕਿ ਸਰਕਾਰ ਹੈ, ਇਸ ਕਰਕੇ ਕਿ ਸਾਡੇ ਧੀਆਂ ਪੁੱਤ ਆ ਜਿਹੜੇ ਮਰਦੇ ਜਾ ਰਹੇ ਆ, ਉਹ ਦੁਬਾਰਾ ਨਹੀਂ ਦੇਖੇ ਜਾਂਦੇ। ਹੁਣ ਜਿਹੜੀ ਗੱਲ ਮੈਂ ਕਰ ਰਹੀ ਹਾਂ ਤੁਹਾਡੇ ਨਾਲ, ਉਹ ਇਹ ਹੈ ਵੀ ਅਸੀਂ ਕਮਿਟਡ ਆ ਕਿ ਨਸ਼ਾ ਅਸੀਂ ਖਤਮ ਕਰਕੇ ਰਹਿਣਾ। ਉਹ ਡਰੱਗ ਜਿਹੜੀ ਬੱਚੇ ਨੂੰ ਇੰਨਾ ਕੁ ਨੁਕਸਾਨ ਕਰਦੀ ਹੈ, ਤੜਫਦੇ ਆ, ਉਹ ਦੇਖੇ ਨਹੀਂ ਜਾਂਦੇ। ਹੁਣ ਤੁਸੀਂ ਬੈਠੇ ਸੀ, ਮੈਂ ਕਿਸੇ ਪਿੰਡ ਦਾ ਨਾਮ ਨਹੀਂ ਲਊਂਗੀ, ਤਾਂ ਮੈਂ ਕਿਸੇ ਸ਼ਹਿਰ ਦਾ ਨਾਮ ਨਹੀਂ ਲਊਂਗੀ, ਤੁਸੀਂ ਦੇਖ ਰਹੇ ਹੋ ਮੇਰੇ ਕੋਲੇ ਲੋਕ ਕੰਪਲੇਂਟ ਲੈ ਕੇ ਆਉਂਦੇ ਆ, ਉਹਨਾਂ ਨੂੰ ਆਸ ਹੈ ਵੀ ਸਾਡਾ ਕੁਝ ਹੋਏਗਾ, ਨਾਲ ਦੀ ਨਾਲ ਆਪਾਂ ਪੁਲਿਸ ਨੂੰ ਇਨਫੋਰਮ ਕਰ ਰਹੇ ਹਾਂ ਵੀ ਭਾਈ ਮੈਨੂੰ ਇਹਦਾ ਐਕਸ਼ਨ ਲੈ ਕੇ ਦੱਸੋ।
ਮੇਰੀ ਕਿਸੇ ਵੀ ਉਸ ਐਂਟੀ ਸੋਸ਼ਲ ਐਕਟੀਵਿਟੀ ਦੇ ਨਾਲ ਕੋਈ ਸਾਡੀ ਪਾਰਟੀ ਦੀ ਪਾਰਟਿਸਪੇਸ਼ਨ ਨਹੀਂ ਹੋ ਸਕਦੀ, ਕੋਈ ਆਮ ਲੋਕਾਂ ਦੀ ਨਹੀਂ ਹੋ ਸਕਦੀ। ਮੈਂ ਹਰ ਉਸ ਚੀਜ਼ ਦੇ ਵਿਰੁੱਧ ਆ ਜਿਹੜੀ ਸਾਨੂੰ ਖੁਸ਼ੀ ਦੇ ਕੇ ਦੂਜੇ ਨੂੰ ਅੱਖਾਂ 'ਚੋਂ ਪਾਣੀ ਦਿੰਦੀ ਹੈ। ਅਸੀਂ ਸਮਾਜ ਦੇ ਵਿੱਚ ਬਿਹਤਰੀ ਲਈ ਆਏ ਹਾਂ ਤੇ ਬਿਹਤਰੀ ਕਰਕੇ ਦਿਖਾਵਾਂਗੇ ਜੀ। ਇੱਕ ਮੈਡਮ ਖਾਸ ਕੁਐਸਚਨ ਇਹ ਵੀ ਹੈ ਜੋ ਸਾਡੇ ਪੰਜਾਬ ਦੇ ਨਾਲ ਸਰੋਕਾਰਿਤ ਆ, ਜਿਵੇਂ ਕਿ ਪਹਿਲਾਂ ਹੁੰਦਾ ਸੀ ਵੀ ਜਿਹੜੇ ਸਾਡੇ ਕੁਝ ਕੁ ਪਹਿਲਾਂ ਵਾਲੇ ਸੋ ਕਾਲਡ ਲੀਡਰ ਸੀ, ਕਿਉਂਕਿ ਜਿਹੜਾ ਲੀਡਰ ਅਸਲ ਵਿੱਚ ਹੁੰਦਾ ਉਹ ਸਮਾਜ ਦਾ ਨੁਮਾਇੰਦਾ ਹੁੰਦਾ, ਜਿਹਨੇ ਸਮਾਜ ਤੇ ਇੱਕ ਆਮ ਵਿਅਕਤੀ ਦੀ ਆਵਾਜ਼ ਨੂੰ ਅੱਗੇ ਤੱਕ ਲੈ ਕੇ ਜਾਣਾ ਹੁੰਦਾ। ਕਈ ਜਿਹੜੇ ਸਾਡੇ ਭੁੱਲੇ ਭਟਕੇ ਨੌਜਵਾਨ ਸੀ ਉਹਨਾਂ ਨੂੰ ਆਪਾਂ ਗੈਂਗਸਟਰ ਦਾ ਨਾਂ ਦੇ ਦਿੱਤਾ, ਉਹਨਾਂ ਨੂੰ ਆਪਾਂ ਕੁਰਾਹੇ ਪਏ ਹੋਏ ਨੌਜਵਾਨ ਦਾ ਨਾਂ ਦੇ ਦਿੱਤਾ। ਉਹਨਾਂ ਨੇ ਸ਼ਰੇਆਮ ਇਹ ਗੱਲ ਕਹੀ ਵੀ ਅਸੀਂ ਕੁਰਾਹੇ ਨਹੀਂ ਜਾਣਾ ਚਾਹੁੰਦੇ ਸੀ, ਸਾਨੂੰ ਫਲਾਣੇ ਲੀਡਰ ਨੇ ਵਰਤ ਲਿਆ। ਤੇ ਮੈਂ ਇਹ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ, ਜਿਹੜੀ ਸਾਡੀ ਪੰਜਾਬ ਸਰਕਾਰ ਆ, ਜਿਹੜੇ ਉਹ ਭੁੱਲੇ ਭਟਕੇ ਨੌਜਵਾਨ ਨੇ, ਜਿਵੇਂ ਕਿ ਸਾਨੂੰ ਹੁਣੀ ਆਪਾਂ ਗੱਲਬਾਤ ਹੋਈ ਆ ਵੀ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ, ਕਿਉਂਕਿ ਉਹ ਵੀ ਸਾਡੇ ਭੁੱਲੇ ਭਟਕੇ ਨੌਜਵਾਨਾਂ ਨੇ ਕੀਤਾ ਵਾ। ਉਹ ਜਾਣਾ ਨਹੀਂ ਸੀ ਚਾਹੁੰਦੇ। ਸਿਸਟਮ ਹੋ ਸਕਦਾ ਜਾਂ ਸਾਡੀਆਂ ਕਹਿ ਦਈਏ ਪਾਲਿਸੀਜ਼ ਗਲਤ ਹੋ ਸਕਦੀਆਂ। ਅਸੀਂ ਜਿਹੜੇ ਉਹ ਭੁੱਲੇ ਭਟਕੇ ਆਪਣੇ ਰਾਹ ਤੋਂ ਆਪਣੇ ਘਰਾਂ ਤੋਂ ਬੇਘਰੇ ਹੋਏ ਨੌਜਵਾਨ ਬੈਠੇ ਨੇ, ਅਸੀਂ ਉਹਨਾਂ ਦੀ ਖਾਤਰ ਜਿਹੜੀ ਸਾਡੀ ਪੰਜਾਬ ਸਰਕਾਰ ਆ ਉਹਨਾਂ ਦੀ ਖਾਤਰ ਕੋਈ ਉਪਰਾਲਾ, ਕੋਈ ਖਾਸ ਨਿਯਮ ਜਾਂ ਕੋਈ ਨੀਤੀ ਘੜ ਰਹੀ ਹੈ? ਪੰਜਾਬ ਨੇ ਇੱਕ ਦੌਰ ਐਸਾ ਆਇਆ ਸੀ ਕਿ ਜਦੋਂ ਆਪਣੇ ਮਾਵਾਂ ਨੇ ਆਪਣੇ ਪੁੱਤਰਾਂ ਨੂੰ, ਸਰਦਾਰ ਪੁੱਤਰਾਂ ਨੂੰ ਦੋ ਗੁੱਤਾਂ ਕਰਕੇ, ਦਾੜੀ ਮੁੱਛਾਂ ਉਹਨਾਂ ਦੀ ਸਾਫ਼ ਕਰਕੇ ਆਪਣੀਆਂ ਗੋਦੀਆਂ 'ਚ ਬਿਠਾ ਲਿਆ ਸੀ ਵੀ ਸਾਡੇ ਘਰ ਮੁੰਡਾ ਨਹੀਂ ਜੰਮਿਆ, ਪੁੱਤ ਨਹੀਂ ਜੰਮਿਆ, ਸਾਡੇ ਘਰ ਤਾਂ ਧੀ ਰਹਿੰਦੀ ਹੈ। ਉਸ ਸਮੇਂ ਕਈ ਮਾਵਾਂ ਨੇ ਆਪਣੇ ਪੁੱਤ ਬਾਹਰ ਭੇਜੇ। ਉਹ ਪੰਜਾਬ ਦਾ ਦੌਰ ਸੀ ਤੇ ਪੰਜਾਬੀਆਂ ਦਾ ਹੀ ਦੌਰ ਸੀ। ਉਸ ਸਮੇਂ ਮੈਂ ਕਹੂੰਗੀ ਤਾਂ ਪੋਲੀਟੀਸਾਈਜ਼ ਹੋ ਜਾਏਗਾ, ਕੁਛ ਨੂੰ ਬੁਰਾ ਲੱਗੇਗਾ। ਉਹ ਸਾਡੇ ਪੰਜਾਬ ਦੇ ਵਿੱਚ ਐਸਾ ਜ਼ਖਮ ਆ, ਉੱਥੋਂ ਜਦੋਂ ਆਪਣੇ ਸਿਰ 'ਤੇ ਆ ਪਈ, ਆਪਣੇ ਆਪ ਨੂੰ ਬਚਾਉਣ ਦੇ ਲਈ ਕੁਛ ਇਹਨਾਂ ਨੇ ਆਪਣੇ ਨਿੱਜੀ ਮਕਸਦਾਂ ਕਰਕੇ, ਕੁਛ ਅਕਾਲੀ ਪਾਰਟੀ ਦੇ, ਕੁਛ ਕਾਂਗਰਸ ਪਾਰਟੀ ਦੇ, ਇਹਨਾਂ ਨੇ ਆਪਣੇ ਹੌਲੀ ਹੌਲੀ ਨਿੱਜੀ ਮਫਾਦਾਂ ਕਰਕੇ, ਮਕਸਦਾਂ ਕਰਕੇ ਉਹਨਾਂ ਦੇ ਬੱਚਿਆਂ ਨੂੰ ਡਰ ਪ੍ਰਮੋਟ ਕਰਕੇ ਉਹਨਾਂ ਨੂੰ ਇੱਕ ਕੁਰਾਹੇ ਵੱਲ ਤੋਰ ਲਿਆ। ਆਮ ਆਦਮੀ ਪਾਰਟੀ ਅੱਜ ਇਸ ਗੱਲ 'ਤੇ ਮੈਂ ਨੁਮਾਇੰਦਾ ਹੋਣ ਦੇ ਨਾਤੇ ਇੱਕ ਗੱਲ ਤਾਂ ਕਹਿਣੀ ਹੈ ਵੀ ਸਾਡਾ ਕੋਈ ਵੀ ਐਸਾ ਮਕਸਦ ਨਹੀਂ ਅਸੀਂ ਆਪਣੇ ਨਿੱਜੀ ਮਕਸਦਾਂ ਕਰਕੇ ਕਿਸੇ ਦੇ ਧੀ ਪੁੱਤ ਨੂੰ ਗਲਤ ਪਾਸੇ ਤੋਰੀਏ, ਸਾਡਾ ਨਹੀਂ ਹੈ। ਅਸੀਂ ਤਾਂ ਸਿੱਧੀ ਸਾਦੀ ਜਿਹੀ ਲੜਾਈ ਲੜਾਂਗੇ ਤੇ ਨਾ ਹੀ ਸਾਨੂੰ ਇਹ ਚੰਗਾ ਲੱਗਦਾ ਵੀ ਕਿਸੇ ਦਾ ਪੁੱਤ ਲਾਸ਼ ਬਣ ਕੇ ਘਰੇ ਚਾਹੇ। ਇਹ ਨਹੀਂ ਸਾਡੇ ਵਾਸਤੇ, ਕਿਉਂਕਿ ਪੁੱਤ ਚਾਹੇ ਇੱਧਰੋਂ ਮਾਂ ਦਾ ਮਰੇ ਚਾਹੇ ਉੱਧਰੋਂ ਮਰੇ, ਪੁੱਤ ਤਾਂ ਪੁੱਤ ਹੈ, ਪੁੱਤ ਤਾਂ ਪੁੱਤ ਹੈ। ਮਾਂ ਕਦੇ, ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ, ਮਾਂ ਤਾਂ ਲੋਹੜੀ ਆਪਦੇ ਪੁੱਤ ਦੀ ਬਣਦੀ ਹੈ, ਦਰਿੰਦੇ ਦੀ ਨਹੀਂ ਬਣਦੀ, ਕਦੇ ਨਹੀਂ ਬਣਦੀ। ਤੇ ਮਾਂ ਦੇ ਲਈ ਪੁੱਤ ਮਰੇ, ਉਹਨੇ ਭਾਵੇਂ ਉੱਧਰੋਂ ਗੋਲੀ ਚਲਾ ਕੇ ਮਰਿਆ ਜਾਂ ਇੱਧਰ ਗੋਲੀ ਲੱਗ ਕੇ ਮਰਿਆ, ਮਾਵਾਂ ਦਾ ਦੁੱਖ ਬਰਾਬਰ ਹੈ। ਮੈਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਦੀ ਹਾਂ ਉਹਨਾਂ ਸਾਰੇ ਬੱਚਿਆਂ ਨੂੰ ਜਿਹੜੇ ਕਿਸੇ ਨਾ ਕਿਸੇ ਸਮਾਜ ਦੀ ਕੁਰੀਤੀਆਂ ਤੋਂ ਤੰਗ ਆ ਕੇ ਇਸ ਪਾਸੇ ਤੁਰ ਪਏ। ਬਹੁਤ ਹੋ ਗਿਆ, ਪੰਜਾਬ ਨੇ ਬਹੁਤ ਕੁਛ ਹੰਢਾ ਲਿਆ। ਵਾਪਸ ਆਓ, ਜ਼ਿੰਦਗੀ ਦੀ ਧਾਰਾ ਨਾਲ ਜੁੜੋ। ਚਾਹੇ ਤੁਸੀਂ ਨਸ਼ੇ ਦੇ ਦਲਦਲ ਵੱਲ ਤੁਰ ਪਏ, ਤੁਹਾਡੀ ਵਿਲ ਪਾਵਰ ਤੁਹਾਨੂੰ ਸਟਰੋਂਗ ਕਰ ਸਕਦੀ ਹੈ। ਚਾਹੇ ਤੁਸੀਂ ਇਹ ਗੋਲੀ ਕਲਚਰ ਦੇ ਬਹਾਅ 'ਚ ਤੁਰ ਪਏ, ਚਾਹੇ ਤੁਸੀਂ ਕੋਈ ਆਪਣੇ ਆਪ ਨੂੰ ਗਲਤ ਅਲਾਮਤ ਨਾਲ ਤੁਰ ਪਏ, ਤੁਸੀਂ ਆ ਕੇ ਇੱਕ ਵਾਰੀ ਮੁੱਖ ਧਾਰਾ ਦੇ ਵਿੱਚ ਬੈਠੋ। ਸਾਡੀ ਸਰਕਾਰ ਤੁਹਾਡੀ ਹਰ ਹੈਲਪ ਕਰਨ ਨੂੰ ਤਿਆਰ ਹੈ, ਪਰ ਉਹ ਹੈਲਪ ਕਦੇ ਨਹੀਂ ਕਰਾਂਗੇ ਕਿ ਜਿਹੜਾ ਕਵੇ ਮੈਂ ਕਿਸੇ ਦਾ ਪੁੱਤ ਮਾਰ ਕੇ ਆਪਣੇ ਆਪ ਨੂੰ ਭੁੱਲ ਬਖਸ਼ਾ ਲੂੰ, ਉਹ ਕਦੇ ਨਹੀਂ ਹੋਊਗੀ। ਆਪਣੇ ਆਪ ਨੂੰ ਸੁਧਾਰਨਾ, ਮਾਨ ਸਰਕਾਰ ਤੁਹਾਡਾ ਮੂਹਰੇ ਹੋ ਕੇ ਹੱਥ ਫੜੇਗੀ, ਸੁਧਾਰੋ, ਤਾਂ ਕਿ ਅਸੀਂ ਜਿਹੜੀਆਂ ਹੋਰ ਮਾਵਾਂ ਰੋਣ ਤੋਂ ਬਚਾ ਸਕੀਏ। ਆਪਣੇ ਜਿਵੇਂ ਹਲਕਾ ਜਗਰਾਉਂ ਦੇ ਤੁਸੀਂ ਨੁਮਾਇੰਦੇ ਹੋ, ਤੇ ਹਲਕਾ ਜਗਰਾਉਂ ਦੇ ਵਿੱਚ ਐਸੇ ਕਿਹੜੇ ਪ੍ਰੋਜੈਕਟਸ ਤੁਸੀਂ ਲਿਆ ਰਹੇ ਹੋ ਤਾਂ ਕਿ ਜਿਹੜੇ ਲੋਕਾਂ ਨੂੰ ਇਸ ਪ੍ਰਤੀ ਪਤਾ ਲੱਗੇ? ਕਿਉਂਕਿ ਜਿਹੜੇ ਖਾਸ ਕਰਕੇ ਪੋਲੀਟੀਕਲ ਕ੍ਰਿਟਿਕਸ ਨੇ ਉਹ ਨਾਰਮਲੀ ਇਹ ਗੱਲ ਕਰਦੇ ਆ ਵੀ ਹਾਂਜੀ ਹੋਇਆ ਕੁਛ ਨਹੀਂ, ਕਿਉਂਕਿ ਪੰਜਾਬ ਸਰਕਾਰ ਜਿਹੜੀ ਮਾਨ ਸਰਕਾਰ ਆਈ ਆ, ਆਮ ਆਦਮੀ ਪਾਰਟੀ ਸਰਕਾਰ ਆਈ ਆ, ਉਹ ਕਹਿੰਦੇ ਸੀ ਜਿਹੜਾ ਉਹਨਾਂ ਦਾ ਸਲੋਗਨ ਆ ਬਦਲਾਵ ਆ ਚੇਂਜ ਉਹਨਾਂ ਦਾ ਸਲੋਗਨ ਆ, ਬਟ ਉਹ ਚੇਂਜ ਸਾਨੂੰ ਮਿਲ ਨਹੀਂ ਰਿਹਾ, ਉਹ ਲੋਕ ਕਹਿੰਦੇ ਨੇ। ਤੇ ਤੁਸੀਂ ਇਹ ਦੱਸੋ ਆਮ ਆਵਾਮ ਨੂੰ ਕਿ ਉਹ ਚੇਂਜਸ ਜਾਂ ਉਹ ਪ੍ਰੋਜੈਕਸ਼ਨਸ ਕਿਹੜੀਆਂ ਨੇ ਜਿਹੜੀਆਂ ਤੁਸੀਂ ਇਸ ਹਲਕਾ ਜਗਰਾਉਂ ਦੇ ਵਿੱਚ ਲੈ ਕੇ ਆ ਰਹੇ ਹੋ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੇਰੀ ਜਗਰਾਉਂ ਦੀ ਦੁਖਦੀ ਰਗ ਹੈ ਪੁਰਾਣੀ ਦਾਣਾ ਮੰਡੀ ਦਾ ਪਾਣੀ ਤੇ ਕਮਲ ਚੌਂਕ ਦਾ ਪਾਣੀ। ਉਹ ਜਿਹੜੀ ਇੱਥੋਂ ਦੀ ਨਗਰ ਕੌਂਸਲ ਆ, ਇੱਥੋਂ ਦੀਆਂ ਨਗਰ ਕੌਂਸਲ ਦੇ ਲੀਡਰਸ ਰਹੇ ਹੋਏ ਆ ਪਿਛਲੇ
50 ਸਾਲ ਦੀ ਗੱਲ ਕਰੂੰਗੀ। ਉਹਨਾਂ ਨੇ ਬੜੀ ਸਮਾਰਟ ਤਰੀਕੇ ਨਾਲ, ਤੁਸੀਂ ਇੱਥੇ ਬੈਠ ਰਹੇ ਹੋ, ਹੁਣੇ ਤੁਹਾਡੇ ਸਾਹਮਣੇ ਇੱਕ ਬੀਬੀਆਂ ਆ ਕੇ ਗਈਆਂ, ਜਦੋਂ ਸੜਕਾਂ ਦੀ ਲੇਬਲਿੰਗ ਨਹੀਂ ਕੀਤੀ, ਉਹ ਹੌਲੀ ਹੌਲੀ ਫੁੱਟ 2 ਫੁੱਟ 3 ਫੁੱਟ 4 ਫੁੱਟ ਤੱਕ ਉੱਚੇ ਪਹੁੰਚ ਗਈਆਂ। ਉਹਦੇ ਨਾਲ ਲੋਕਾਂ ਦੇ ਘਰ ਨੀਵੇਂ ਹੋ ਰਹੇ ਆ, ਪਾਣੀ ਸੜਕਾਂ ਤੇ ਖੜ ਰਿਹਾ। ਇਹਦੇ ਲਈ ਅਸੀਂ ਸੁਪਰ ਸੈਕਸ਼ਨ ਮਸ਼ੀਨ ਲੈ ਕੇ ਆਏ, ਉਹ ਕੰਮ ਕਰ ਰਹੇ ਆ। ਚਲੋ ਮੈਂ ਨਹੀਂ ਕਹਿੰਦੀ ਉੱਥੇ ਸਾਡੇ ਇੱਥੇ ਥੋੜ੍ਹਾ ਜਿਹਾ ਚੱਲਦਾ ਵੀ ਆਹ ਨਹੀਂ ਹੋਇਆ ਉਹ ਨਹੀਂ ਹੋਇਆ, ਇੱਕਦਮ ਤਾਂ ਪਾਣੀ ਨਹੀਂ ਨਿਕਲਣਾ, ਪਰ ਪਾਣੀ ਦਾ ਇਸ ਵਾਰ ਇਹ ਹਾਲ ਸੀਗਾ, ਜਿਹੜਾ ਪਾਣੀ ਅੱਗੇ 8-8 10-10 ਘੰਟੇ ਅਸੀਂ ਬਾਹਰਲੀ ਡਰੇਨ ਸਾਫ਼ ਕਰਵਾ ਰਹੇ ਹਾਂ। ਸਾਡੀ ਕੋਸ਼ਿਸ਼ ਇਹ ਆ ਅਗਲੀ ਵਾਰੀ ਪਾਣੀ ਨਾ ਖੜੇ ਇੱਥੇ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਆਮ ਲੋਕਾਂ ਦਾ ਬਰਸਾਤਾਂ 'ਚ ਜਿਨ੍ਹਾਂ ਨੇ ਇੰਜੋਏ ਕਰਨ ਲਈ ਬਾਹਰ ਨਿਕਲਣਾ ਹੁੰਦਾ, ਉਹਨਾਂ ਨੂੰ ਟੈਨਸ਼ਨ ਪੈ ਜਾਏ ਪਤਾ ਨਹੀਂ ਕਿੰਨੇ ਕਰੋੜ ਦਾ ਘਾਟਾ ਸਾਨੂੰ ਪਏਗਾ। ਇਹ ਨਹੀਂ ਹੋਣਾ ਚਾਹੀਦਾ। ਮੈਂ ਉਹਦੇ ਲਈ ਤਾਂ ਕਮਿਟਡ ਆ। 1.5 ਸਾਲ ਦਾ ਟਾਈਮ ਮੰਗਿਆ ਸੀ, 1.5 ਸਾਲ ਦੇ ਵਿੱਚ ਕਮਿਟਡ ਆ, ਕਰਕੇ ਦਿਖਾਊਂਗੀ, ਅੜੀ ਹੋਈ ਹੈ ਇਸ ਗੱਲ ਲਈ। ਦੂਜੀ ਗੱਲ, ਮੈਂ ਸਾਡੀ ਜਗਰਾਉਂ ਦੇ ਪੂਰੇ ਪੰਜਾਬ ਦੇ ਅੰਗਰੇਜ਼ਾਂ ਵਾਲੇ ਪੁਲ ਪਾਸ ਹੋ ਚੁੱਕੇ ਆ, ਦੁਆਰਾ ਬਣ ਗਏ। ਸਾਡੀ ਜਗਰਾਉਂ ਦੇ ਵਿੱਚ ਇੱਕ ਅਖਾੜੇ ਵਾਲਾ ਪੁਲ ਹੈ, ਜਿਹੜਾ ਪੁਲ ਨਿੱਤ 10-12 ਲੜਾਈਆਂ ਹੁੰਦੀਆਂ, ਲੰਬਾ ਟ੍ਰੈਫਿਕ ਜਾਮ, ਐਕਸੀਡੈਂਟਸ ਅਲੱਗ, ਉਹਦੇ ਲਈ ਮੈਂ ਕਮਿਟਡ ਹਾਂ। ਉਹ ਤਾਂ ਮੇਰੇ ਖਿਆਲ 'ਚ ਪ੍ਰਮਾਤਮਾ ਨੇ ਰੱਖੀ ਸੁੱਖ ਤੇ ਤੁਹਾਡੇ ਵੀਰਾਂ ਦਾ ਸਾਥ ਹੋਇਆ, ਤੇ ਇਸੇ ਸੈਪਟੰਬਰ 'ਚ ਆਪਾਂ ਨੀਂਹ ਪੱਥਰ ਰੱਖ ਕੇ ਸ਼ੁਰੂ ਕਰ ਦਾਂਗੇ। ਉਹਦਾ ਉੱਪਰੋਂ ਸਾਰਾ ਪ੍ਰੋਜੈਕਟ ਪਾਸ ਹੋ ਚੁੱਕਿਆ, ਨੀਚੇ ਤੱਕ ਆਉਣ ਨੂੰ ਟਾਈਮ ਲੱਗੇਗਾ, ਉਹ ਹੋ ਜਾਏਗਾ। ਫਿਰ ਜਿਹੜੀ ਗੱਲ ਹੈ, ਐਜੂਕੇਸ਼ਨ ਸਾਡੀ ਮੇਨ ਪ੍ਰਾਇਰਟੀ ਹੈ। ਮੁਹੱਲਾ ਕਲੀਨਿਕ 15 ਅਗਸਤ ਨੂੰ ਸ਼ੁਰੂ ਹੋ ਰਿਹਾ, ਜਗਰਾਉਂ ਦੇ ਵਿੱਚ ਬਣ ਗਿਆ, ਉਹਦੇ ਲਈ ਆਪਾਂ ਕੰਮ ਕਰ ਰਹੇ ਹਾਂ। ਜਗਰਾਉਂ ਦੇ ਹਸਪੀਟਲ ਦੇ ਵਿੱਚ ਮੇਰੀ ਪਹਿਲ ਹੁੰਦੀ ਹੈ ਵੀ ਉੱਥੇ ਆਪਣਾ ਉਹ ਵਰਗ ਜਾਂਦਾ, ਤੁਸੀਂ ਵੀ ਦੇਖ ਰਹੇ ਹੋ, ਜਿਹੜਾ ਕਿਤੇ ਹੋਰ ਜਾਣ ਜੋਗਾ ਨਹੀਂ ਵਿਚਾਰਾ। ਅਸੀਂ ਉਹਨਾਂ ਦੀਆਂ ਮੈਡੀਸਨਸ ਪੂਰੀਆਂ ਕਰਵਾਤੀਆਂ ਸਾਰੀਆਂ, ਬਈ ਭਾਈ ਹੁਣ ਦਵਾਈ ਲਿਖਤੀ ਦਿਓ। ਸਕੂਲ ਦੇ ਵਿੱਚ ਟੀਚਰ ਪੂਰੇ ਕਰਾਉਣੇ, ਉਹ ਸਾਡੀ ਪਹਿਲ ਆ, ਉਹ ਸਾਡੀ ਪਹਿਲ ਆ। ਜਿਹੜੀ ਗੱਲ ਆਪਾਂ ਕਰ ਰਹੇ ਹਾਂ ਸਾਰੀ ਦੀ ਸਾਰੀ, ਉਹ ਇਹ ਹੈ ਬਈ ਆਪਾਂ ਉਸ ਹਾਲਾਤਾਂ ਦੇ ਵਿੱਚ ਨਿਕਲ ਰਹੇ ਹਾਂ ਜਿੱਥੇ ਸਾਡੇ ਪੈਰਾਂ ਦੇ ਵਿੱਚ ਜੰਜੀਰਾਂ, ਆਪਣੇ ਪੁੱਤਾਂ ਦੀਆਂ ਜਿਹੜੇ ਨਸ਼ੇ ਨਾਲ ਪੀੜਤ ਆ, ਅਸੀਂ ਉਹਨਾਂ ਨੂੰ ਲੈ ਕੇ ਆਉਣਾ ਇੱਧਰ। ਮਾਨ ਸਾਹਿਬ ਨੇ ਇਸ ਹਿਸਾਬ ਤੇ ਮੀਟਿੰਗਾਂ ਵੀ ਕਰ ਰਹੇ ਆ, ਮੰਤਰੀ ਸਾਹਿਬ ਖੁਦ ਰੇੜਾ ਸਾਰੇ। ਦੂਜੀ ਗੱਲ, ਸਾਡੇ ਸਿਰਾਂ ਤੇ ਕਰਜ਼ਾ ਬੜੀ ਭਾਰੀ ਪੰਡ ਛੱਡ ਗਏ ਆ, ਸਾਨੂੰ ਉਹ ਵੀ ਅਸੀਂ ਕਮਿਟਡ ਆ। ਪਹਿਲੀ ਸਰਕਾਰ ਆ ਜਿਹੜੀ ਕਮਿਟਡ ਆ ਵੀ ਅਸੀਂ ਇੱਕ ਨਵਾਂ ਕਰਜ਼ਾ ਲੈਣ ਦੇ ਨਾਲ ਪੁਰਾਣਾ ਮੋੜਾਂਗੇ ਵੀ। ਦੇਖੋ ਮੋੜਨਾ ਤਾਂ ਪੈਣਾ, ਨਹੀਂ ਅਸੀਂ ਅਗਲੀਆਂ ਪੀੜ੍ਹੀਆਂ ਲਈ ਜਮਾਂ ਹੀ ਖਤਮ ਕਰ ਜਾਵਾਂਗੇ। ਸਭ ਤੋਂ ਵੱਡੀ ਕਮਿਟਮੈਂਟ ਜਗਰਾਉਂ ਦੇ ਵਿੱਚ ਮੈਂ ਰੀਚਾਰਜ ਪਿੱਟ ਬਣਾਉਣੇ ਆ, ਜਿਹਦੇ ਨਾਲ ਬਰਸਾਤਾਂ ਦੇ ਵਿੱਚ ਪਾਣੀ ਆਏਗਾ ਜ਼ਰੂਰ, ਪਰ ਧਰਤੀ ਮਾਂ ਦੇ ਅੰਦਰ ਜਾ ਕੇ ਹਿੱਕ ਤੇ ਠੰਡ ਪਾਏਗਾ। ਉਹ ਪਾਣੀ ਜਦੋਂ ਧਰਤੀ ਤੇ ਪਹੁੰਚੇਗਾ, ਪਾਣੀ ਦਾ ਲੈਵਲ ਉੱਚਾ ਕਰਨਾ। ਸਾਨੂੰ ਗ੍ਰੀਨਰੀ ਚਾਹੀਦੀ ਆ, ਅਸੀਂ ਦਰਖਤ ਵੱਧ ਤੋਂ ਵੱਧ ਲਗਾਉਣੇ ਆ। ਪ੍ਰੋਜੈਕਟਸ ਤਾਂ ਇੱਕ ਮੇਰੀ ITI ਪਾਸ ਹੈ, ਉਹ ਵੀ ਲੈ ਕੇ ਆਉਂਗੀ। ਹੁਣ ਮੇਰੇ 4 ਮਹੀਨਿਆਂ ਦੇ ਕੰਮਾਂ ਦੇ ਵਿੱਚ ਲਾਲਾ ਲਾਜਪਤ ਰਾਏ ਜੀ ਦਾ ਘਰ ਡਿੱਗਣ ਵਾਲਾ ਸੀ, ਤੁਸੀਂ ਕਵਰ ਕਰੋ ਉਹਨੂੰ, ਉਹ ਰੈਨੋਵੇਟ ਹੋ ਚੁੱਕਿਆ ਮੇਰੇ ਖਿਆਲ 'ਚ। ਅੱਜ ਕੱਲ੍ਹ 'ਚ ਉਦੋਂ ਆਪਾਂ ਸ਼ੁਰੂ ਕਰਕੇ ਇੱਕ ਮੇਰਾ ਪਾਸ ਕਰਵਾਇਆ ਹੋਇਆ ਲਾਲਾ ਲਾਜਪਤ ਰਾਏ ਜੀ ਭਵਨ ਬਣਨਾ, ਵੱਡਾ 70x50 ਦਾ ਬਣਨਾ ਉਹ ਭਵਨ। ਉਹਦੇ ਵਿੱਚ ਕੀ ਕਰਾਂਗੇ ਅਸੀਂ, ਉਹਦੇ 'ਚ ਗਰੀਬ ਕੁੜੀਆਂ ਦਾ ਵਿਆਹ ਹੋ ਸਕਦਾ। ਮੇਰੇ ਅਗਲੇ ਪ੍ਰਪੋਜ਼ਲਸ ਆ ਜਿਹੜੇ ਮੈਨੂੰ ਲੱਗਦਾ ਵੀ ਹੋਣੇ ਚਾਹੀਦੇ ਆ। ਇੱਕ ਅਸੀਂ ਪਾਰਕ ਤਿਆਰ ਕਰਵਾਤੀ ਰੈੱਡ ਕਰਾਸ ਭਵਨ ਦੇ ਪਿੱਛੇ, ਉਹ ਆਪ ਹੀ ਸਾਡੇ ਸਾਰੇ ਵਲੰਟੀਅਰ ਨੇ ਇਕੱਠੇ ਹੋ ਕੇ ਝਾੜੂ ਮਾਰਿਆ, ਦਰਖਤ ਉੱਤੇ ਲੱਗੇ ਸੀ, ਉਹਨੂੰ ਸੈੱਟ ਕਰਤਾ। ਉਹਨੂੰ ਤੁਸੀਂ ਦੇਖ ਸਕਦੇ ਹੋ। ਜਿਹੜੇ ਹੁਣ ਮੈਨੂੰ ਜੋ ਲੱਗਦਾ ਮੇਰੀ ਕਮਿਟਮੈਂਟਸ ਆ, ਇੱਕ ਮੇਰੀ ਜਗਰਾਉਂ 'ਚ ਸਟੇਡੀਅਮ ਹੈ ਨਹੀਂ, ਉਹ ਬਹੁਤ ਵੱਡੀ ਜ਼ਰੂਰਤ ਹੈ। ਦੂਜੀ ਗੱਲ, ਜਗਰਾਉਂ ਦੇ ਵਿੱਚ ਤੁਹਾਡੇ ਸਾਹਮਣੇ ਇੱਕ ਬੱਚੀ ਆਈ ਆ, ਉਹ ਡਾਕਟਰ ਬਣਨਾ ਚਾਹੁੰਦੀ ਆ, ਉਹਨੂੰ ਕੋਈ ਨੌਲੇਜ ਨਹੀਂ, ਉਹ ਵਿਚਾਰੀ ਨੂੰ ਪਤਾ ਹੀ ਨਹੀਂ, ਉਹਦੇ ਫਾਦਰ ਨੂੰ ਨਹੀਂ ਪਤਾ ਕਿੱਥੇ ਜਾਣਾ ਕਿੱਥੇ ਨਹੀਂ। ਇਹ ਬੱਚਿਆਂ 'ਚ ਟੈਲੈਂਟ ਆ। ਮੇਰਾ ਮਨ ਹੈ ਇੱਕ ਐਸੀ ਲਾਇਬ੍ਰੇਰੀ ਲੈ ਕੇ ਆਵਾਂ ਜਿੱਥੇ ਬੱਚੇ ਸਾਡੇ ਗਰੀਬ ਘਰ ਦਾ ਬੱਚਾ ਕਿਤਾਬਾਂ ਲੈ ਕੇ ਡਾਕਟਰ ਦੀਆਂ ਪੜ੍ਹਾਈਆਂ ਕਰ ਲਵੇ, ਉੱਥੇ PCS ਦੀ ਤਿਆਰੀ ਵੀ ਕਰ ਲਵੇ, IAS ਦੀ ਤਿਆਰੀ ਕਰ ਲਵੇ। ਆਉਣ ਵਾਲੇ ਸਮੇਂ ਦੇ ਵਿੱਚ ਜਗਰਾਉਂ ਦੇ ਵਿੱਚੋਂ ਬੱਚੇ ਕੰਪੀਟੀਸ਼ਨ ਕਲੀਅਰ ਕਰਕੇ ਜਦੋਂ ਨਿਕਲਣ ਤਾਂ ਗੱਲ ਹੋਵੇ ਵੀ ਇੰਨੇ PCS ਨਿਕਲ ਗਏ, ਇੰਨੇ IAS, ਇੰਨੇ ਅਫੀਸਰ। ਇੱਕ ਮਿੰਟ ਮੈਂ ਮੈਡਮ ਤੁਹਾਡੇ ਨਾਲ ਮੈਂ ਰੁਕ ਕੇ ਗੱਲ ਕਰਨੀ ਚਾਹੂੰਗਾ, ਕਿਉਂਕਿ ਜਿਹੜੀ ਆਪਾਂ ਗੱਲ ਕੀਤੀ ਸੀ ਸਟੂਡੈਂਟ ਕੈਰੀਅਰ ਦੀ ਗੱਲ ਕਰਦੇ ਹਾਂ ਆਪਾਂ, ਖਾਸ ਕਰਕੇ ਜਿਹੜਾ ਪ੍ਰਾਈਵੇਟ ਸਕੂਲਸ ਨੇ, ਆਪਾਂ ਨੂੰ ਪਤਾ ਉਹਨਾਂ ਨੇ ਐਜੂਕੇਸ਼ਨ ਨੂੰ ਟੋਟਲੀ ਕਮਰਸ਼ਲਾਈਜ਼ ਕੀਤਾ ਹੋਇਆ। ਉਹਨਾਂ ਨੇ ਸਿਰਫ ਇਹੀ ਆ ਵੀ ਸਾਡੇ ਕੋਲੇ ਵੱਧ ਤੋਂ ਵੱਧ ਸਟੂਡੈਂਟਸ ਆਉਣ, ਸਾਡੇ ਕੋਲੇ ਐਡਮਿਸ਼ਨਸ ਹੋਣ, ਜਿਹੜਾ ਸਾਡਾ ਬਿਜ਼ਨਸ ਆ ਉਹ ਗਰੋ ਹੋਵੇ।
ਇੱਕ ਜਿਹੜੀ ਸਭ ਤੋਂ ਵੱਡੀ ਘਾਟ ਹੈ ਉਹ ਇਹ ਆ ਕਿ ਜਿਹੜਾ ਸਾਡਾ ਐਜੂਕੇਸ਼ਨ ਦੇ ਵਿੱਚ ਜਿਹੜਾ ਸਾਡਾ 9th 10th ਆ 9th 10th ਤੱਕ ਬੱਚੇ ਨੂੰ ਉਹਨੂੰ ਕੋਈ ਕੈਰੀਅਰ ਕਾਉਂਸਲਿੰਗ ਦੀ ਕੋਈ ਸਹੂਲਤ ਨਹੀਂ ਹੈਗੀ, ਜਿਹਦੇ ਨਾਲ ਕਿਉਂਕਿ ਜਦੋਂ ਬੱਚਾ 9ਵੀਂ ਜਾਂ 10ਵੀਂ 'ਚ ਪੜ੍ਹਦਾ ਉਹਨੂੰ 9ਵੀਂ 10ਵੀਂ ਦੇ ਵਿੱਚ ਪਤਾ ਹੋਵੇ ਕਿ ਮੈਂ ਆਫਟਰ +2 ਕੀ ਕਰਨਾ। ਕਿ ਮੇਰੇ ਮੁਤਾਬਕ ਇਹ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਆ ਅਤੇ ਤੁਸੀਂ ਸਰਕਾਰ ਦੇ ਨੁਮਾਇੰਦੇ ਹੋ ਕਿ ਇੱਦਾਂ ਦੀ ਪਾਲਿਸੀ ਬਣ ਸਕਦੀ ਹੈ ਆਪਣੀ ਸਰਕਾਰ 'ਚ ਵੀ ਜਿਹਦੇ ਨਾਲ ਆਪਾਂ ਕੈਰੀਅਰ ਕਾਉਂਸਲਿੰਗ ਜਿਹੜੇ ਸਾਡੇ ਖਾਸ ਕਰਕੇ ਸਰਕਾਰੀ ਸਕੂਲ ਆ ਜਿਨ੍ਹਾਂ ਵਿੱਚ ਜਿਹੜੇ ਸਾਡੇ ਗਰੀਬ ਤਬਕੇ ਦੇ ਬੱਚੇ ਆ ਪੜ੍ਹਦੇ ਆ ਉਹਨਾਂ ਨੂੰ ਐਟਲੀਸਟ ਇਹ ਚੀਜ਼ ਬਾਰੇ ਪਤਾ ਲੱਗ ਜਾਵੇ ਵੀ ਅਸੀਂ +2 ਤੋਂ ਬਾਅਦ ਕਰੀਏ ਤਾਂ ਕਰੀਏ ਕੀ। ਨਹੀਂ ਬਿਲਕੁਲ ਜੀ, ਐਜੂਕੇਸ਼ਨ ਪਾਲਿਸੀਜ਼ ਦੇ ਵਿੱਚ ਚੇਂਜਸ ਹੋਣੀਆਂ ਚਾਹੀਦੀਆਂ ਔਨ ਦਾ ਪਾਰਟ ਆਫ ਟੀਚਰਸ ਆਲਸੋ, ਔਨ ਦਾ ਪਾਰਟ ਆਫ ਸਟੂਡੈਂਟਸ ਆਲਸੋ। ਕਿਉਂਕਿ ਆਪਾਂ ਤੁਸੀਂ ਵੀ ਦੇਖਦੇ ਹੋਵੋਗੇ, ਮੈਂ ਵੀ ਦੇਖਦੀ ਹਾਂ, ਆਪਾਂ ਉਹੀ ਕੁਝ ਪੜ੍ਹੀ ਜਾਂਦੇ ਜਿਹੜੇ ਸਾਡੇ ਫਾਦਰ ਨੇ ਪੜ੍ਹਿਆ, ਫਾਦਰ ਵੀ ਉਹੀ ਕੁਝ ਪੜ੍ਹੀ ਜਾਂਦੇ ਜਿਹੜੇ ਸਾਡੇ ਦਾਦੇ ਨੇ ਪੜ੍ਹਿਆ। ਉਹ ਸਾਨੂੰ ਬੈਠੇ ਬੈਠੇ ਕਹਿੰਦੇ ਉਹ ਤੁਹਾਨੂੰ ਉਹ ਸਟੋਰੀ ਹੈਗੀ ਹੈ ਜਿਹੜੀ ਅਸੀਂ ਪੜ੍ਹੀ ਸੀ, ਅਸੀਂ ਕਹਿੰਦੇ ਹੈਗੀ ਹੈ। ਹੁਣ ਸਮਾਂ ਚੇਂਜ ਹੋ ਗਿਆ, ਕੰਪਿਊਟਰਾਈਜ਼ਡ ਏਜ ਆ ਗਈ। ਜਿਹੜੇ ਸਕੂਲਾਂ ਦੇ ਵਿੱਚ ਬੱਚੇ ਨੂੰ ਕਰੀਕੁਲਮ ਦਾ ਪ੍ਰੋਗਰਾਮ ਹੋਣਾ ਚਾਹੀਦਾ, ਬੱਚੇ ਨੂੰ ਨੌਲੇਜ ਹੋਣੀ ਚਾਹੀਦੀ ਹੈ। ਸਰਕਾਰੀ ਸਕੂਲਾਂ 'ਚ ਇੱਦਾਂ ਦੀਆਂ ਚੀਜ਼ਾਂ ਦੀ ਜ਼ਰੂਰਤ ਆ। ਬੱਚੇ ਨੂੰ ਪਤਾ ਹੋਣਾ ਚਾਹੀਦਾ ਮੈਂ 9ਵੀਂ 10ਵੀਂ ਤੋਂ 11ਵੀਂ 12ਵੀਂ ਤੋਂ ਬਾਅਦ ਮੈਂ ਇੱਕ ਕੰਪੀਟੀਸ਼ਨ ਨੂੰ ਲੀਡ ਕਰਨਾ ਜਿੱਥੇ ਮੇਰਾ ਕੰਪੀਟੀਸ਼ਨ ਉਹਨਾਂ ਲੋਕਾਂ ਨਾਲ ਹੋਣਾ ਜਿਹੜੇ ਮਾਸਟਰ ਇਨ ਇੰਗਲਿਸ਼, ਮਾਸਟਰ ਇਨ ਸਾਇੰਸ, ਮਾਸਟਰ। ਮੈਂ ਇੱਕ ਗੱਲ ਜ਼ਰੂਰ ਕਹਿਣੀ ਹੈ, ਮੈਂ ਇਹ ਗੱਲ ਮਹਿਸੂਸ ਕੀਤੀ ਹੈ, ਮੈਂ ਖੁਦ ਸਰਕਾਰੀ ਸਕੂਲ ਦੀ ਪੜ੍ਹੀ ਹੋਈ ਹਾਂ। ਸਰਕਾਰੀ ਸਕੂਲ ਦਾ ਬੱਚਾ ਬੈਸਟ ਇਨ ਮੈਥ ਹੁੰਦਾ, ਬੈਸਟ ਇਨ ਗ੍ਰਾਮੈਟੀਕਲੀ ਪੋਰਸ਼ਨ 'ਚ ਹੁੰਦਾ, ਬੈਸਟ ਹੁੰਦਾ। ਪੰਜਾਬੀ 'ਚ ਉਹਦੀ ਗ੍ਰਾਮਰ ਉਹਨਾਂ ਤੋਂ ਬੈਸਟ ਹੁੰਦੀ ਹੈ। ਉਹ ਰਾਈਟਿੰਗ ਦੇ ਵਿੱਚ ਤਾਂ ਜਿੱਤ ਜਾਂਦਾ, ਪਰ ਜਦੋਂ ਗੱਲ ਆਉਂਦੀ ਹੈ ਕੌਨਫੀਡੈਂਸ 'ਚ ਉਹ ਹਾਰ ਜਾਂਦਾ। ਉਹਨੂੰ ਇਹ ਲੱਗਦਾ ਵੀ ਇਹ ਮੇਰੇ ਤੋਂ ਜ਼ਿਆਦਾ ਵਧੀਆ ਕਿਉਂਕਿ ਫਲਾਣੇ ਸੋ ਐਂਡ ਸੋ ਸਕੂਲ 'ਚ ਪੜ੍ਹਿਆ ਹੋਇਆ, ਮੈਂ ਸਰਕਾਰੀ ਸਕੂਲ 'ਚ ਪੜ੍ਹਿਆ। ਸਾਡੇ ਬੱਚਿਆਂ ਦੇ ਵਿੱਚ ਸਰਕਾਰੀ ਸਕੂਲ ਦੇ ਬੱਚਿਆਂ 'ਚ ਨਾ ਤਾਂ ਕੋਈ ਐਕਸਲ ਦੀ ਕਮੀ ਹੈ, ਸਕਿੱਲ ਦੀ ਕਮੀ ਨਹੀਂ ਹੈ। ਸਾਡੇ ਬੱਚਿਆਂ ਨੂੰ ਇਹ ਦੱਸਣ ਦੀ ਲੋੜ ਹੈ ਬਈ ਪੰਜਾਬੀ ਬੋਲ ਕੇ ਵੀ ਤੁਸੀਂ IAS PCS ਜਾ ਸਕਦੇ ਹੋ, ਅਤੇ ਪੰਜਾਬੀ ਬੋਲਣੀ ਕੋਈ ਮਾੜੀ ਲੈਂਗੁਏਜ ਨਹੀਂ। ਪੰਜਾਬੀ ਬੋਲੋਗੇ। ਮੈਂ ਇੱਕ ਗੱਲ ਬੀਇੰਗ ਟੀਚਰ, ਬੀਇੰਗ MLA, ਬੀਇੰਗ ਇੱਕ ਸਟੂਡੈਂਟ, ਇਹ ਗੱਲ ਨੂੰ ਪੱਕੀ ਗੱਲ ਕਹਿਣੀ ਆ। ਮੈਂ ਮਹਿਸੂਸ ਕੀਤਾ ਕੰਪੀਟੀਸ਼ਨ ਦੇਖੇ, ਜਿਹੜਾ ਬੱਚੇ ਨੂੰ ਆਪਦੀ ਮਾਤਰ ਭਾਸ਼ਾ ਦੀਆਂ ਸਿਆਰੀਆਂ ਬਿਹਾਰੀਆਂ ਗ੍ਰਾਮਰ ਸਟਰੋਂਗਲੀ ਆਉਂਦੀ ਆ, ਮਾਤਰ ਭਾਸ਼ਾ ਦੀ, ਪੰਜਾਬੀ ਦੀ ਕਹਿ ਰਹੀ ਹਾਂ ਮੈਂ ਸਪੈਸ਼ਲ, ਯੋਜਕ ਸੰਯੋਜਕ ਜਿਹਨੂੰ ਕਲੀਅਰਲੀ ਆਉਂਦੇ ਆ, ਉਹਨੂੰ ਕਦੇ ਕੰਜੰਕਸ਼ਨ 'ਚ ਪ੍ਰੋਬਲਮ ਆਉਂਦੀ ਕੋਈ ਨਹੀਂ, ਉਹਨੂੰ ਕਦੇ ਦੂਸਰੀਆਂ ਭਾਸ਼ਾ ਦੀ ਗ੍ਰਾਮਰ 'ਚ ਪ੍ਰੋਬਲਮ ਆਉਂਦੀ ਕੋਈ ਨਹੀਂ। ਤੁਸੀਂ ਆਪਣੀ ਮਾਂ ਬੋਲੀ ਪ੍ਰਤੀ ਸਮਰਪਿਤ ਰਹੋ, ਤੁਸੀਂ ਆਪਣੀ ਮਾਂ ਬੋਲੀ ਨੂੰ ਪੂਰੀ ਤਰ੍ਹਾਂ ਹੋਲਡ ਕਰ ਲਓ। ਤੁਹਾਡੀ ਮਾਂ ਬੋਲੀ ਤੁਹਾਡੀ ਬਣ ਜੇ ਤਾਂ ਤੁਹਾਨੂੰ ਕਿਸੇ ਵੀ ਭਾਸ਼ਾ ਨੂੰ ਸਿੱਖਣ ਨੂੰ ਹਫ਼ਤੇ ਤੋਂ ਵੱਧ ਟਾਈਮ ਨਹੀਂ ਲੱਗਦਾ ਜੀ। ਮੇਰਾ ਮੈਡਮ ਤੁਹਾਨੂੰ ਲਾਸਟ ਸਵਾਲ ਹੈ ਕਿਉਂਕਿ ਤੁਹਾਡਾ ਸਮਾਂ ਬਹੁਤ ਕੀਮਤੀ ਹੈ, ਤੁਸੀਂ ਅੱਗੇ ਵੀ ਆਪਣੇ ਰੁਝੇਵਿਆਂ ਦੇ ਵਿੱਚ ਤੁਸੀਂ ਵਿਅਸਤ ਹੋਣਾ। ਮੇਰਾ ਇੱਕ ਸਵਾਲ ਇਹੀ ਆ, ਤੁਸੀਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਬੀਇੰਗ ਅ ਲੇਡੀ, ਜਿਵੇਂ ਸਾਡੇ ਪਿੰਡਾਂ ਦੇ ਵਿੱਚ ਇਹ ਟਰੈਂਡ ਚੱਲਦਾ ਵੀ ਪੰਚ ਸਰਪੰਚ ਲੇਡੀਜ਼ ਹੁੰਦੀਆਂ ਪਰ ਪੰਚੀ ਸਰਪੰਚੀ ਉਹਨਾਂ ਦੇ ਘਰ ਵਾਲੇ ਕਰਦੇ ਆ। ਇਹ ਕਿਤੇ ਨਾ ਕਿਤੇ ਹੈਜੀਟੇਸ਼ਨ ਆ, ਲੈਕ ਆਫ ਕੌਨਫੀਡੈਂਸ ਵੀ ਹੈਗਾ ਵਾ। ਅਤੇ ਤੁਸੀਂ ਇੱਕ ਲੇਡੀ ਦੇ ਤੌਰ 'ਤੇ ਤੁਸੀਂ ਵਿਚਰਦੇ ਹੋ ਕਿਉਂਕਿ ਦੇਖੋ ਜਿੱਥੇ ਗੱਲ ਹੁੰਦੀ ਹੈ ਜਿਹੜੀਆਂ ਗੌਰਮੈਂਟ ਪਾਲਿਸੀਜ਼ ਔਰ ਡਿਫਰੈਂਟ ਹੈ, ਜਿਹੜੀ ਸੋਸ਼ਲ ਲੈਵਲ ਦੇ ਉੱਤੇ ਜਿਹੜੀ ਸੋਸ਼ਲ ਰਿਫੋਰਮਸ ਦੀ ਗੱਲ ਹੁੰਦੀ ਆ ਆਪਾਂ ਨੂੰ ਉਹ ਵੀ ਕਰ ਲੈਣੀ ਚਾਹੀਦੀ ਆ। ਅਤੇ ਇੱਕ ਲੇਡੀ ਦੇ ਤੌਰ 'ਤੇ ਤੁਸੀਂ ਖਾਸ ਕਰਕੇ ਜਿਹੜੀਆਂ ਸਾਡੀਆਂ ਘਰਾਂ ਵਿੱਚ ਬੈਠੀਆਂ ਸੁਆਣੀਆਂ ਭੈਣਾਂ ਮਾਤਾਵਾਂ ਨੇ ਉਹਨਾਂ ਨੂੰ ਤੁਸੀਂ ਕੋਈ ਸੁਨੇਹਾ ਦਿਓ ਤਾਂ ਕਿ ਉਹਨਾਂ 'ਚ ਆਤਮ ਵਿਸ਼ਵਾਸ ਆਵੇ, ਤਾਂ ਕਿ ਜਿਹੜੀ ਉਹ ਆਪਣੀ ਹੈਜੀਟੇਸ਼ਨ ਆ ਦੂਰ ਕਰਕੇ ਕੌਨਫੀਡੈਂਟਲੀ ਜਿਹੜੇ ਕੰਮ ਉਹਨਾਂ ਨੂੰ ਮਿਲੇ ਆ ਸਮਾਜ ਦੇ ਉਹ ਕਰ ਸਕਣ। ਕਿਉਂਕਿ ਅੱਜ ਸਾਡੇ ਸਮਾਜ ਵਿੱਚ ਲੇਡੀਜ਼ ਬਹੁਤ ਅੱਗੇ ਘੱਟ ਆ ਰਹੀਆਂ ਨੇ, ਬਹੁਤ ਜ਼ਿਆਦਾ ਘੱਟ ਨੇ। ਮੇਰੇ ਆਫਿਸ 'ਚ 2 ਚੇਅਰਸ ਲੱਗਣ ਦਾ ਮਤਲਬ ਇੱਕ 'ਤੇ ਮੈਂ ਬੈਠਦੀ ਹਾਂ, ਤੁਸੀਂ ਦੇਖਿਆ ਹੋਣਾ। ਦੂਸਰੀ ਚੇਅਰ 'ਤੇ ਜੇ ਕੋਈ ਕਿਸੇ ਦੇ ਨਾਲ ਕੋਈ ਛੋਟਾ ਬੱਚਾ ਹੁੰਦਾ ਜਾਂ ਕੋਈ ਬੱਚੀਆਂ ਆਉਂਦੀਆਂ, ਮੈਂ ਉਹਨਾਂ ਨੂੰ ਬਿਠਾਉਂਦੀ ਹਾਂ। ਉਹਦੇ ਪਿੱਛੇ ਤੁਸੀਂ ਦੇਖਿਆ, ਇੱਥੇ ਬੈਠ ਕੇ ਖੁਦ ਵੀ ਦੇਖਿਆ, ਬੱਚੀ ਆਈ ਮੈਂ ਬਿਠਾਇਆ। ਉਹਦੇ ਵਿੱਚ ਮੈਨੂੰ ਇੱਕ ਲੌਜਿਕ ਹੈ, ਇਹ ਨਹੀਂ ਬਈ ਮੈਂ ਕਹਿੰਦੀ ਆ ਜਾ ਬੈਠ ਗੱਲ ਸੁਣ ਸਾਰਿਆਂ ਦੀਆਂ। ਜਾਂ ਕੋਈ ਛੋਟਾ ਲੜਕਾ ਵੀ ਆ ਜਾਏ, ਕੋਈ ਵੀ ਆ ਜਾਏ, ਉੱਥੇ ਬਿਠਾਉਂਦੀ ਹਾਂ ਤੁਹਾਡੀ ਦੂਜੀ ਚੇਅਰ 'ਤੇ, ਸੇਮ ਚੇਅਰ ਹੈ। ਉਹਨੂੰ ਮੈਂ ਦੱਸਦੀ ਹਾਂ ਬਈ ਜ਼ਿੰਦਗੀ 'ਚ ਕੌਨਫੀਡੈਂਸ ਬਹੁਤ ਜ਼ਰੂਰੀ ਹੈ, ਕੰਮ ਤਾਂ ਆਪਾਂ ਹੀ ਕਰਨੇ ਆ। ਜਿਹੜੀ ਗੱਲ ਲੈਕ ਆਫ ਆਪਾਂ ਕਹਿੰਦੇ ਆ, ਮੇਰੇ ਕੋਲ ਸਰਪੰਚ ਸਾਹਿਬ ਬੈਠੇ ਆ, ਇਹ ਵੀ ਲੇਡੀ ਹੈ, ਮੈਂ ਵੀ ਲੇਡੀ ਹਾਂ। ਆਪਣੇ ਕੰਮ ਨੂੰ ਜਦੋਂ ਆਪਾਂ ਕਰਦੇ ਹਾਂ ਉਦੋਂ ਸਾਡੇ 'ਚ ਕੌਨਫੀਡੈਂਸ ਹੋ ਜਾਂਦਾ ਕਿਉਂਕਿ ਕੋਈ ਵੀ ਬੰਦਾ ਜਨਮਜਾਤ ਨਹੀਂ ਸਿੱਖਿਆ ਹੁੰਦਾ। ਮੈਨੂੰ ਮਾਣ ਹੈ ਕਿ ਮੇਰੇ ਪਰਿਵਾਰ ਨੇ ਹਮੇਸ਼ਾ ਮੈਨੂੰ ਪੁਸ਼ ਕੀਤਾ ਪਿੱਛੋਂ, ਪਰ ਮੈਨੂੰ ਅੱਗਿਓਂ ਰੱਖ ਕੇ ਪੁੱਲ ਨਹੀਂ ਕੀਤਾ। ਮੈਨੂੰ ਇਹ ਨਹੀਂ ਕਿਹਾ ਵੀ ਤੂੰ ਰੁਕ ਜਾ ਭਾਈ, ਅਸੀਂ ਖੜ੍ਹੇ ਹਾਂ,
ਨੋ ਸਾਡੇ ਇਹ ਨਹੀਂ ਚੱਲਦਾ, ਸਾਡੇ ਇਹ ਕਲਚਰ ਨਹੀਂ, ਕਿਉਂਕਿ ਮੈਂ ਖੁਦ ਇੱਕ ਕੁਆਲੀਫਾਈਡ ਆ, ਮੈਨੂੰ ਮੇਰੇ ਪਤਾ ਸਾਰਾ ਕੁਝ। ਮੈਟਰ ਕੁਆਲੀਫਿਕੇਸ਼ਨ ਦਾ ਨਹੀਂ, ਮੈਟਰ ਤੁਹਾਡੇ ਕੌਨਫੀਡੈਂਸ ਦਾ। ਤੁਸੀਂ ਜਦੋਂ ਲੋਕਾਂ ਨਾਲ ਹੱਥ ਫੜ ਕੇ ਦੁੱਖ ਸੁਣਨਾ ਸ਼ੁਰੂ ਕਰਤਾ, ਲੋਕ ਹੀ ਸਿਖਾ ਦੇਣਗੇ ਦੁੱਖ ਦਾ ਹੱਲ ਕੀ ਹੈ। ਤੁਸੀਂ ਇੱਕ ਵਾਰ, ਮੈਂ ਇਹ ਨਹੀਂ ਕਹਿੰਦੀ ਵੀ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਤੁਹਾਨੂੰ ਨਾ ਅੱਗੇ ਆਵੇ, ਤੁਸੀਂ ਉਹਨਾਂ ਦੀ ਹੈਲਪ ਲਓ, ਬਟ ਜਿਹੜੀ ਪੋਜੀਸ਼ਨ ਤੁਹਾਡੀ ਹੈ, ਲੋਕ ਤੁਹਾਨੂੰ ਸੁਣਨਾ ਚਾਹੁੰਦੇ ਆ, ਤੁਹਾਨੂੰ ਅੱਗੇ ਆਉਣਾ ਚਾਹੀਦਾ। ਹਰ ਔਰਤ ਨੂੰ ਅੱਗੇ ਆਉਣਾ ਚਾਹੀਦਾ, ਹਰ ਮਰਦ ਨੂੰ ਅੱਗੇ ਆਉਣਾ ਚਾਹੀਦਾ, ਪਰ ਆਪਣੀ ਆਪਣੀ ਜਗ੍ਹਾ 'ਤੇ, ਆਪਣੇ ਆਪਣੇ ਸਟੇਟਸ 'ਤੇ। ਉਹ ਤਾਂ ਹੀ ਹੋ ਸਕਦਾ ਜੇ ਆਪਾਂ ਇੱਕ ਦੂਜੇ ਦੇ ਪੂਰਕ ਬਣ ਕੇ ਤੁਰਾਂਗੇ, ਇੱਕ ਦੂਜੇ ਨੂੰ ਰੋਕ ਕੇ ਨਹੀਂ ਤੁਰਾਂਗੇ। ਮੇਰੀ ਤਾਂ ਇਹੀ ਬੇਨਤੀ ਹੈ, ਸਾਡੇ ਬੱਚਿਆਂ ਨੂੰ ਆਪਾਂ ਇਹੀ ਸਿਖਾਈਏ ਵੀ ਜਿਹੜੀ ਚੇਅਰ 'ਤੇ ਤੁਸੀਂ ਬੈਠੇ ਆ, ਮੇਕ ਯੂਅਰ ਸੈਲਫ ਕੌਨਫੀਡੈਂਟ, ਤਾਂ ਕਿ ਤੁਸੀਂ ਅੱਗੇ ਕੰਮ ਕਰ ਸਕੋ। ਜੀ, ਇਹ ਸਨ ਮੈਡਮ ਸਰਬਜੀਤ ਕੌਰ ਮਾਣੂਕੇ, ਮੌਜੂਦਾ MLA ਹਲਕਾ ਜਗਰਾਓਂ। ਸੋ ਇਹਨਾਂ ਦੇ ਨਾਲ ਆਪਾਂ ਗੱਲਾਂ ਕੀਤੀਆਂ ਇੱਕ ਸਰਕਾਰੀ ਨੁਮਾਇੰਦੇ ਦੇ ਤੌਰ 'ਤੇ, ਇੱਕ ਸਮਾਜ ਦੇ ਉੱਗੇ ਸਮਾਜ ਸੇਵੀ ਦੇ ਤੌਰ 'ਤੇ, ਜਾਂ ਇੱਕ ਇਸਤਰੀ ਵਰਗ ਦੇ ਤੌਰ 'ਤੇ, ਇੱਕ ਇਸਤਰੀਆਂ ਦੇ ਜਿਹੜੇ ਰਹਿਨੁਮਾ ਦੇ ਤੌਰ 'ਤੇ ਆਪਾਂ ਗੱਲ ਕੀਤੀ ਆ। ਸੋ ਇਹਨਾਂ ਨਾਲ ਗੱਲਾਂ ਬਾਤਾਂ ਅਸੀਂ ਕੀਤੀਆਂ। ਸੋ ਮੈਂ ਦਰਸ਼ਕਾਂ ਨੂੰ ਕਹੂੰਗਾ ਕਿ ਇਸ ਵੀਡੀਓ ਦੇ ਵਿੱਚ ਜਿਹੜੇ ਮੈਡਮ ਜੀ ਨੇ ਬੜੇ ਕੀਮਤੀ ਵਿਚਾਰ ਦਿੱਤੇ ਨੇ ਆਪਣੇ ਜ਼ਿੰਦਗੀ ਦੇ ਤਜਰਬੇ ਦੇ, ਤੁਸੀਂ ਉਹਨਾਂ ਨੂੰ ਜ਼ਰੂਰ ਹਾਸਲ ਕਰਿਓ, ਕਿਉਂਕਿ ਜਦੋਂ ਆਪਾਂ ਕਿਸੇ ਤਜਰਬੇਕਾਰ ਇਨਸਾਨ ਦੀ ਜ਼ਿੰਦਗੀ 'ਚੋਂ ਤਜਰਬੇ ਦੇ ਮੋਤੀਆਂ ਨੂੰ ਗ੍ਰਹਿਣ ਕਰਦੇ ਹਾਂ, ਤੇ ਸਾਡੀ ਜ਼ਿੰਦਗੀ ਦੇ ਅੰਦਰ ਜਿਹੜੀ ਅੱਛਾਈਆਂ ਤੇ ਗੁਣਵੰਤਾ ਵਾ, ਉਹਦੀ ਜਿਹੜੀ ਕੁਆਲਿਟੀ ਆ, ਉਹਦੇ 'ਚ ਸ਼ਾਈਨਿੰਗ ਆਉਣੀ ਸ਼ੁਰੂ ਹੋ ਜਾਂਦੀ ਹੈ। ਸੋ ਸਾਡੇ ਵੱਲੋਂ ਮੈਡਮ ਸਰਬਜੀਤ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਮਿਸਟਰ ਸਿੰਘ। ਹਾਂਜੀ, ਤੇ ਔਰ ਸਾਰੇ ਦਰਸ਼ਕਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ। ਤੁਹਾਡਾ ਆਪਣਾ ਚੈਨਲ ਆ, ਕਿਉਂਕਿ ਜਿਹੜਾ ਸੋਸ਼ਲ ਮੀਡੀਆ ਹੁੰਦਾ ਹੈ, ਇਹ ਸੋਸ਼ਲ ਮੀਡੀਆ ਤੁਹਾਡੇ ਲਈ ਉਹ ਪਲੇਟਫਾਰਮ ਆ ਜਿੱਥੇ ਤੁਹਾਡੀਆਂ ਫੀਲਿੰਗਸ, ਜਿਹੜੇ ਤੁਹਾਡੇ ਰਾਈਟਸ ਨੇ, ਉਹਨਾਂ ਨੂੰ ਹੋਰ ਰਾਈਜ਼ ਕਰ ਸਕਦਾ। ਸੋ ਮੈਂ ਤੈਬਰ ਸਿੰਘ, ਨਾਲ ਕੈਮਰਾਮੈਨ ਅਮਰਜੀਤ ਸਿੰਘ, ਡੀ ਸਨ ਪੰਜਾਬੀ। ਧੰਨਵਾਦ।